सत श्री अकाल नमस्कार तुसीं देख रहे हो साझा टीवी मैं हाँ तुहाडे नाल अर्शदीप ते तुहाडा सारिਆਂ ਦਾ प्रोग्राम खास मुलाकात दे विच स्वागत है। तुहानूं पता है कि BC दे विच चाहे वेरीएंट वध रहे ने केस लगातार आ रहे ने पर वैक्सीनेशन नाल नाल चल रहा है। 55 साल तो उत्ते दे लोकां नूं वैक्सीन लग रही है ते आउण वाले दिनां दे विच होर लोकां नूं वैक्सीन लग जाएगी। 40+ लोकां दे लई भी अनाउंसमेंट आउण वाली है ते नाल नाल एस्ट्राजेनेका दे जिहड़े टीके ने ओह 55 तो 65 साल दी उम्र दे जिहड़े ने ओह फार्मेसियां दे विच भी लग रहे ने। सो तुहाडी वारी आ गई है तो तुसीं अपना रजिस्ट्रेशन जरूर करवाओ। नाल नाल लॉकडाउन दीयां गल्लां बहुत हो रही सी कि लॉकडाउन लगेगा पर डॉक्टर बोनी हैनरी ने कह दिता है कि लॉकडाउन एक वे नहीं हैगा, सिर्फ ते सिर्फ जिहड़ियां हुण रिस्ट्रिक्शनस लगाईयां गईयां ने सानूं उन्हां नूं फॉलो करना चाहिदा है। 19 तरीक तक डाइन इन सर्विसेज बंद हैगियां ने, होर बहुत सारियां सर्विसेज जिहड़ियां बंद ने सानूं उन्हां नूं फॉलो कर लेना चाहिदा। ते नाल नाल जे जॉब नंबर देखिए तां जॉब नंबर BC दे विच पिछले महीने काफ़ी वधे ने, काफ़ी लोकां नूं दोबारा नौकरियां मिलियां ने ते नाल नाल थ्रोन स्पीच दोबारा जिहड़ा सैशन मुड़ के आया है पार्लीमेंट दे विच थ्रोन स्पीच दित्ती गई है। किस तरह दा सैशन रहा सब बारे अज गलबात होवेगी ते गलबात दे लई अज स्टूडियो दे विच पहुंचे हुए ने सरी पैनोरामा तो MLA मिस जिनी सिम्स। आओ उन्हां दा स्वागत करदे हां। मिस सिम्स स्वागत है जी तुहाडा। थैंक यू, गुड टू बी बैक। की हाल चाल? बहुत वधिया। सो जिवें तुसीं कहा कि गुड टू बी बैक, सानू भी बहुत वधिया लग रहा है कि तुहाडे नाल फिर तो जिहड़ी गलबात हो रही है BC दे बारे गलबात हो रही है, BC दे लोकां दे बारे गलबात हो रही है। पर सब तो पहला सिख हैरीटेज मंथ मनाया जा रहा है, किवें लग रहा है? देखो सानू बहुत वधिया लग रहा है। बहुत चिरां दे सिखां दी जिहड़ी देन हैगी आ ना, बहुत वड्डी देन हैगी आ कैनेडा दे विच, मैं तां कहनी वर्ल्ड वाइड, ते ਉਹਦਾ ਰੈਕਗਨੀਸ਼ਨ ਕੀਤਾ ਸੀਗਾ। ਇਸ ਕਰਕੇ ਇਸ ਸਾਰੇ ਮਹੀਨੇ ਦੇ ਵਿੱਚ ਅਪ੍ਰੈਲ ਜਿਹੜਾ ਵਿਸਾਖੀ ਦਾ ਮਹੀਨਾ ਆ ਤੇ ਸਿੱਖ ਹੈਰੀਟੇਜ ਮੰਥ ਦੀਆਂ ਵੀ ਸੈਲੀਬ੍ਰੇਸ਼ਨਸ ਵੀ ਹੋ ਰਹੇ ਆ। ਮੈਨੂੰ ਇਹ ਵੀ ਖੁਸ਼ੀ ਆ ਵੀ ਸਾਡੀ ਸਰਕਾਰ ਨੇ ਕਮਿਟਮੈਂਟ ਕੀਤੀ ਸੀਗੀ ਵੀ ਮਿਊਜ਼ੀਅਮ ਬਣੂਗਾ ਸਾਊਥ ਏਸ਼ੀਅਨ ਹੈਰੀਟੇਜ ਦਾ, ਸਿੱਖ ਹੈਰੀਟੇਜ ਦਾ। ਉਹ ਮਿਊਜ਼ੀਅਮ ਦੀਆਂ ਵੀ ਹੁਣ ਗਾਂ ਤਿਆਰੀਆਂ ਹੋਣ ਲੱਗ ਜਾਣੀਆਂ ਆ। ਪਰ ਅੱਜ ਆਪਣਾ ਵਿਸਾਖੀ ਵਾਲਾ ਦਿਨ ਆ, ਸੋ ਅੱਜ ਸ਼ੁਰੂ ਕਰੀਏ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਈਏ ਵਿਸਾਖੀ ਦੀਆਂ। ਇਹ ਆਪਣਾ ਸਪਰਿੰਗ ਫੈਸਟੀਵਲ ਹੈਗਾ ਆ, ਇਹ ਖਾਲਸਾ ਡੇ ਵੀ ਹੈਗਾ ਆ। ਸੋ ਇਸ ਕਰਕੇ ਵੀ ਜਿੱਦਾਂ ਵੀ ਖਾਲਸਾ ਸੱਜਣ ਦਿਵਸ ਦੀਆਂ ਵੀ ਵਧਾਈਆਂ ਸਾਰਿਆਂ ਨੂੰ। ਤੇ ਇਸ ਸਾਲ ਵੀ ਪਿਛਲੇ ਸਾਲ ਵਾਂਗੂ ਹੀ ਸਾਨੂੰ ਡਿਫਰੈਂਟ ਤਰੀਕੇ ਨਾਲ ਮਨਾਉਣੀ ਪੈਣੀ ਹੈ ਵਿਸਾਖੀ। ਅੱਗੇ ਲੱਖਾਂ ਤੋਂ ਲੱਖ ਲੋਕ ਸਰੀ ਵਿੱਚ ਆ ਜਾਂਦੇ ਹੁੰਦੇ ਸੀਗੇ ਤੇ ਮੇਲੇ ਬਹੁਤ ਵੱਡੇ ਵੱਡੇ ਹੁੰਦੇ ਸੀਗੇ। ਐਤਕੀ ਥੋੜਾ ਅਲੱਗ ਰਹਿ ਕੇ ਆਪਣੇ ਘਰਾਂ ਵਿੱਚ ਰਹਿ ਕੇ ਆਪਾਂ ਸੈਲੀਬ੍ਰੇਸ਼ਨ ਕਰੀਏ, ਫਿਰ ਹੀ ਆਪਣਾ ਕੰਮ ਠੀਕ ਚੱਲਣਾ ਆ ਤੇ ਨਾਲੇ ਫਿਰ ਆਪਾਂ ਨੰਬਰਾਂ ਨੂੰ ਘੱਟ ਕਰੀਏ। ਮੈਨੂੰ ਪਤਾ ਆ ਬਹੁਤ ਮੁਸ਼ਕਿਲ ਆ ਕਰਕੇ ਜਦੋਂ ਸਾਡੇ ਕੋਈ ਇੱਦਾਂ ਦੇ ਫੰਕਸ਼ਨ ਆਉਣ ਆਪਣੀਆਂ ਵੱਡੀਆਂ ਵੱਡੀਆਂ ਜਿਹੜੇ ਆਪਣੇ ਸੈਲੀਬ੍ਰੇਸ਼ਨਸ ਹੈਗੇ ਆ ਜਿੱਦਾਂ ਖਾਲਸਾ ਡੇ ਦਾ, ਸਾਰਿਆਂ ਨੂੰ ਖੁਸ਼ੀ ਹੁੰਦੀ ਵੀ ਅਸੀਂ ਰਲ ਮਿਲ ਕੇ ਕਰੀਏ। ਮੈਂ ਕਹਿੰਦੀ ਹਾਂ ਇਸ ਸਾਲ ਆਪਣੇ ਘਰ ਵਿੱਚ ਮਨਾਵੋ। ਜਿਹੜੇ ਲੋਕ ਤੁਹਾਡੇ ਘਰ ਵਿੱਚ ਰਹਿੰਦੇ ਆ, ਇਹ ਨਹੀਂ ਸਾਰੇ ਪਰਿਵਾਰ ਨਾਲ ਕਰਕੇ, ਸਾਡੇ ਪਰਿਵਾਰ ਕਈ ਘਰਾਂ 'ਚ ਰਹਿੰਦੇ ਆ ਜਿਹੜੇ ਇੱਕ ਘਰ ਵਿੱਚ ਰਹਿੰਦੇ ਆ। ਜੇ ਬਾਹਰ ਜਾਣਾ ਆ ਥੋੜ੍ਹਿਆਂ ਦੇ ਨਾਲ ਮਿਲ ਲਵੋ, no more than 10, ਉਹ ਵੀ ਆਊਟਸਾਈਡ ਮਾਸਕ ਪਹਿਨੋ ਜੇ ਲੱਗੇ ਜਾਣਾ। ਪਰ ਅੱਜ ਕੱਲ੍ਹ ਮੌਸਮ ਇੰਨਾ ਵਧੀਆ ਹੋਇਆ, ਲੱਗਦਾ ਵੀ ਵਿਸਾਖੀ ਵਾਲੇ ਦਿਨ ਆ ਗਏ ਆ। ਬਾਹਰ ਜਾਵੋ, ਇੰਜੋਏ ਕਰੋ, ਬੱਚਿਆਂ ਨਾਲ ਪਿਕਨਿਕ ਵੀ ਮਨਾਵੋ, ਪਰ ਪਰਹੇਜ਼ ਰੱਖੋ ਕਰਕੇ ਜਿਹੜਾ ਕੋਵਿਡ ਦਾ ਨਵਾਂ ਵੇਰੀਐਂਟ ਆਇਆ ਆ ਨਾ, ਉਹ ਬਹੁਤ ਹੀ ਖਤਰਨਾਕ ਹੈਗਾ ਆ, ਫੈਲ ਬਹੁਤ ਛੇਤੀ ਰਿਹਾ ਆ। ਤੇ ਨਾਲੇ ਅਸੀਂ ਜਿਹੜੇ ਨੰਬਰ ਆ ਰਹੇ ਆ ਯੂਥ ਨੂੰ ਬਹੁਤ ਹੋ ਰਿਹਾ ਆ 20 ਤੋਂ 40 ਸਾਲਾਂ ਦੇ ਵਿੱਚ। ਇਹ ਨਹੀਂ ਵੀ ਇਹ ਜਿਹੜਾ ਵਾਇਰਸ ਹੈਗਾ ਆ ਇਹ ਸੋਚਦਾ ਮੈਂ ਯੂਥ ਨੂੰ ਜ਼ਿਆਦਾ ਪਿਆਰ ਕਰਦਾ ਆ। ਇਹ ਹੈਗਾ ਆ ਵੀ ਆਪਾਂ ਨੂੰ ਸੋਚਣਾ ਪੈਣਾ ਆ ਵੀ ਕਿਸ ਏਜ ਗਰੁੱਪ ਦੇ ਵਿੱਚ ਸਭ ਤੋਂ ਜ਼ਿਆਦਾ ਸੋਸ਼ਲ ਇੰਟਰੈਕਸ਼ਨਸ ਜਾਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਨਹੀਂ ਫੋਲੋ ਕਰ ਸਕਦੇ ਜੀ ਹੋ ਰਿਹਾ। ਆਪਾਂ ਇਹ ਵੀ ਨਹੀਂ ਕਹਿੰਦੇ ਕਰਕੇ ਕਈਆਂ ਨੂੰ ਜਿਹਨਾਂ ਨੂੰ ਹੁੰਦਾ ਹੈ ਉਹ ਕੰਮ ਕਰਦੇ ਆ, ਉਹਨਾਂ ਨੂੰ ਕੰਮਾਂ ਤੋਂ ਵੀ ਹੋ ਜਾਂਦਾ। ਜਿਹੜੇ ਸਾਡੇ ਫਰੰਟ ਲਾਈਨ ਵਰਕਰਸ ਆ ਉਹ ਫਿਰ ਕੰਮਾਂ ਤੋਂ ਵੀ ਘਰ ਲੈ ਕੇ ਆ ਸਕਦੇ ਆ। ਸੋ ਸਰੀ ਦੇ ਵਿੱਚ ਨੰਬਰ ਹਾਈ ਰਹੇ ਆ ਤੇ ਇਸ ਕਰਕੇ ਸਾਨੂੰ ਪੂਰਾ ਪਰਹੇਜ਼ ਰੱਖਣਾ ਪੈਣਾ ਆ। ਸਰੀ ਨੂੰ ਪ੍ਰਾਇਓਰਿਟੀ ਵੀ ਕੀਤਾ ਆ ਵੈਕਸੀਨੇਸ਼ਨ ਲਈ। ਸਾਰੇ ਟੀਚਰ ਹੋ ਹਟੇ ਆ, ਪੁਲਿਸਮੈਨ, ਫਾਇਰ ਫਾਈਟਰਸ ਆਰ ਬੀਇੰਗ ਡਨ, ਫਰੰਟ ਲਾਈਨ ਵਰਕਰਸ ਆਰ ਬੀਇੰਗ ਡਨ। ਸੋ ਵੈਕਸੀਨ ਲਈ ਜ਼ਰੂਰ ਰਜਿਸਟਰ ਕਰੋ। ਜੇ ਤੁਹਾਡੀ ਉਮਰ 40 ਸਾਲਾਂ ਤੋਂ ਉੱਪਰ ਹੋ ਗਈ ਆ, ਤੁਸੀਂ ਔਨਲਾਈਨ ਜਾ ਕੇ ਜਾਂ ਫੋਨ ਕਰਕੇ ਰਜਿਸਟਰ ਕਰ ਸਕਦੇ ਆ। ਜਦੋਂ ਤੁਹਾਡਾ ਵਾਰੀ ਆਊਗੀ ਉਦੋਂ ਉਹਨਾਂ ਨੇ ਤੁਹਾਨੂੰ ਟੈਕਸਟ ਜਾਂ ਈਮੇਲ ਪਾਉਣਾ ਆ, ਉਦੋਂ ਤੁਸੀਂ ਅਪੁਆਇੰਟਮੈਂਟ ਚੁਣਨਾ ਆ। ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਰਜਿਸਟਰ ਕੀਤਾ ਸੀਗਾ ਪਿਛਲੇ ਹਫ਼ਤੇ, ਪਿਛਲੇ ਥਰਸਡੇ। ਮੈਨੂੰ 1.5 ਮਿੰਟ ਲੱਗੇ ਰਜਿਸਟਰ ਕਰਨ ਨੂੰ ਤੇ ਜਦੋਂ ਮੇਰਾ ਅਪੁਆਇੰਟਮੈਂਟ ਵੀ ਆ ਗਿਆ, ਸਿਲੈਕਟ ਯੋਰ ਅਪੁਆਇੰਟਮੈਂਟ ਆ ਗਿਆ ਸੀਗਾ, ਉਦੋਂ ਮੈਨੂੰ ਸਿਰਫ 1.25 ਮਿੰਟ ਲੱਗਾ। ਸੋ
ਇਹ ਇੰਨਾ ਮੁਸ਼ਕਲ ਹੈ ਨਹੀਂਗਾ। ਜੇ ਤੁਸੀਂ ਇੰਗਲਿਸ਼ ਨਹੀਂ ਬੋਲ ਸਕਦੇ, ਤੁਸੀਂ ਪੰਜਾਬੀ ਜਾਂ ਉਰਦੂ ਵਿੱਚ ਕਰਨਾ ਚਾਹੁੰਦੇ ਆ, ਤੁਸੀਂ ਫੋਨ ਕਰਕੇ ਤੁਹਾਨੂੰ ਪੰਜਾਬੀ ਦੇ ਉਰਦੂ ਵਿੱਚ, ਹਿੰਦੀ ਵਿੱਚ, ਜਿਹੜੀ ਵੀ ਲੈਂਗੁਏਜ ਬੋਲਦੇ ਉਹਦੇ ਵਿੱਚ ਤੁਹਾਡੀ ਮਦਦ ਮਿਲੂਗੀ। ਬਿਲਕੁਲ ਜਿਨੀ ਜਿੱਦਾਂ ਤੁਸੀਂ ਦੱਸਿਆ ਕਿ ਇਹ ਸਾਡੀ ਇੰਡੀਵਿਜੂਅਲ ਤੌਰ ਤੇ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਅਸੀਂ ਖੁਦ ਕਿਸ ਤਰ੍ਹਾਂ ਆਪਣੇ ਆਪ ਨੂੰ, ਕਿਉਂਕਿ ਪੁਲਿਸ ਆਫੀਸਰ ਹਰ ਵੇਲੇ ਸਾਡੇ ਨਾਲ ਨਹੀਂ ਰਹਿ ਸਕਦਾ, ਸਾਡੇ ਘਰ ਦੇ ਮੂਹਰੇ ਨਹੀਂ ਖੜ ਸਕਦਾ ਕਿ ਤੁਸੀਂ ਪਾਰਟੀ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਸਾਨੂੰ ਇੰਡੀਵਿਜੂਅਲੀ ਸੋਚਣਾ ਚਾਹੀਦਾ ਕਿ ਅਸੀਂ ਗੈਦਰਿੰਗਸ ਨਾ ਕਰੀਏ, ਜਿਹੜੀਆਂ ਵੀ ਰਿਸਟ੍ਰਿਕਸ਼ਨਸ ਲਗਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਫੋਲੋ ਕਰੀਏ, ਤੇ ਫਿਰ ਅਸੀਂ ਜਿਹੜਾ ਛੇਤੀ ਤੋਂ ਛੇਤੀ, ਜਿਹਦੇ ਨਾਲੇ ਵੈਕਸੀਨ ਵੀ ਲੱਗ ਰਹੀ ਹੈ ਪ੍ਰੋਵਿੰਸ ਦੇ ਵਿੱਚ, ਤੇ ਹਰ ਲੋਕ ਨੂੰ ਜਿਹੜੀ ਹੈ ਇਹ ਵੈਕਸੀਨ ਜਿਹੜੀ ਮਿਲ ਰਹੀ ਹੈ। ਪਰ ਸਰਕਾਰ ਦੇ ਵੱਲੋਂ ਕੰਮ ਵੀ ਕੀਤੇ ਜਾ ਰਹੇ ਨੇ। ਹੁਣ ਪਾਰਲੀਮੈਂਟ ਛੁੱਟੀਆਂ ਤੋਂ ਬਾਅਦ ਵਾਪਸ ਆਈ ਹੈ ਤੇ ਥਰੋਨ ਸਪੀਚ ਜਿਹੜੀ ਹੈ ਡਿਲੀਵਰ ਕੀਤੀ ਗਈ ਹੈ, ਸੋ ਕਿਸ ਤਰ੍ਹਾਂ ਦੀ ਰਹੀ ਥਰੋਨ ਸਪੀਚ? ਮੇਰੇ ਹਿਸਾਬ ਨਾਲ ਬਹੁਤ ਵਧੀਆ ਆ। ਥਰੋਨ ਸਪੀਚ ਬਹੁਤ ਹੀ ਬੈਲੈਂਸਡ ਸੀਗੀ। ਅੱਜ ਪਹਿਲੀ ਸਪੀਚ ਮੈਂ ਕੀਤੀ ਸੀ ਥਰੋਨ ਦੀ, ਮੋਸ਼ਨ ਵੀ ਮੈਨੂੰ ਅੱਜ ਮੂਵ ਕੀਤਾ ਸੀਗਾ ਤੇ ਲੰਗਲੀ ਐਮਐਲਏ ਦੇ ਨਾਲ, ਤੇ ਮੇਰੀ ਸਪੀਚ 40 ਮਿੰਟ ਲਈ ਸੀਗੀ ਅੱਜ, ਤੇ ਉਹਦੇ ਵਿੱਚ ਬਸ ਜੋ ਕੁਝ ਵਧੀਆ ਆ ਉਹ ਬਰਾਬਰ ਆ। ਜਿਸ ਤਰ੍ਹਾਂ ਪ੍ਰੀਮੀਅਰ ਨੇ ਪਹਿਲੇ ਦਿਨ ਤੋਂ ਕਿਹਾ ਸੀਗਾ ਵੀ ਸਾਡਾ ਫੋਕਸ ਹੈਗਾ ਵੀ ਲੋਕ, ਜਿਹੜਾ ਆਮ ਇਨਸਾਨ ਆ, ਵੀ ਉਹਦੀ ਲਾਈਫ ਦੇ ਵਿੱਚ ਕਿੱਦਾਂ ਵੀ ਅਸੀਂ ਉਹਨਾਂ ਨੂੰ ਥੋੜਾ ਕੁ ਸੁਧਾਰ ਲੈ ਕੇ ਆਈਏ, ਤੇ ਨਾਲੇ ਬਿਜ਼ਨਸ ਵੀ ਸੰਭਾਲਣਾ, ਦੋਨੋਂ ਹੀ ਕੰਮ ਕਰਨੇ ਪੈਂਦੇ ਆ। ਇਸ ਕਰਕੇ ਸਰਕਾਰ ਨੇ ਕਾਫੀ ਕੁਛ ਇੰਡੀਵਿਜੂਅਲੀ ਵੀ ਕੀਤਾ ਆ, ਬਿਜ਼ਨਸ ਵਿੱਚ ਵੀ ਕੀਤਾ ਆ, ਇਨਫਰਾਸਟ੍ਰਕਚਰ ਵਿੱਚ ਵੀ ਕੀਤਾ ਆ, ਛਾਲ ਖੈਰ ਦੇ ਵਿੱਚ ਵੀ ਹੋਰ ਅਨਾਊਂਸਮੈਂਟ ਹੈਗੇ ਆ। ਪਰ ਇਹ ਸਭ ਦੇ ਵਿੱਚ ਆਪਾਂ ਨੂੰ ਯਾਦ ਰੱਖਣਾ ਪੈਣਾ ਵੀ ਆਪਾਂ ਸੋਚਦੇ ਸੀਗੇ ਵੀ ਇਹ ਵਾਇਰਸ 2-3 ਮਹੀਨੇ ਲੱਗੂਗਾ, 14 ਮਹੀਨੇ ਹੋ ਗਏ ਆ। ਹੁਣ 14 ਮਹੀਨੇ ਹੋ ਗਏ ਆ ਨਾ, ਤੇ ਜਿੱਦਾਂ ਕਹਿੰਦੇ ਹੁੰਦੇ ਲੰਬਾ ਦੌੜਾਨ ਹੁੰਦੀ ਆ, ਆਪਾਂ ਨੂੰ ਲਾਈਟ ਦਿਸਦੀ ਆ ਐਂਡ ਆਫ ਟਨਲ ਤੇ, ਪਰ ਜੇ ਹੁਣ ਆਪਾਂ ਹਾਰ ਮੰਨ ਲਈ, ਚੱਲ ਕੇ ਤਾਂ ਕਿਤੇ ਨਹੀਂ, ਜੋ ਕੁਛ ਹੋਊਗਾ ਹੋਊਗਾ, ਫਿਰ ਇਹ ਵਾਇਰਸ ਨੇ ਜ਼ਿਆਦਾ ਫੈਲਣਾ, ਫਿਰ ਅਸੀਂ ਵਾਇਰਸ ਨੂੰ ਛੁੱਟੀ ਦਿੰਦੇ ਆ। ਇਸ ਕਰਕੇ ਥਰੋਨ ਸਪੀਚ ਵਿੱਚ ਇਹ ਵੀ ਕਿਹਾ ਗਿਆ ਆ, ਇਹ ਜਿੱਦਾਂ ਆਖਰੀ ਮਾਇਲ ਹੈਗਾ ਆ, ਇਹ ਆਖਰੀ ਮਾਇਲ ਵਿੱਚ ਆਪਾਂ ਨੂੰ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਆਪਾਂ ਪਿਛਲੀ ਮਾਰਚ ਵਿੱਚ ਕੀਤੀਆਂ ਸੀਗੀਆਂ, ਉਸ ਤਰੀਕੇ ਦੇ ਨਾਲ ਹੀ ਕਰੀਏ, ਫਿਰ ਅਸੀਂ ਲਾਸਟ ਮਾਈਲ ਵੀ ਦੌੜ ਸਕਦੇ ਹਾਂ ਤੇ ਐਂਡ ਤੇ ਜਾ ਕੇ ਜਿੱਤ ਵੀ ਸਕਦੇ ਹਾਂ। ਇਕਨੋਮਿਕ ਇਨਵੈਸਟਮੈਂਟਸ ਕਾਫੀ ਅਨਾਉਂਸ ਕੀਤੀਆਂ ਗਈਆਂ ਆ, ਬਿਜ਼ਨੈਸਿਸ ਲਈ ਅੱਜ ਹੋਰ ਵੀ ਸਮਾਨ ਆ, ਯੂਥ ਲਈ ਵੀ ਅੱਜ ਨਿਊ ਓਪਰਚੁਨਿਟੀਜ਼ ਅਨਾਉਂਸ ਕੀਤੀਆਂ ਗਈਆਂ ਆ। ਜਿਹੜੇ ਰੈਸਟੋਰੈਂਟ ਬੰਦ ਹੋਏ ਸੀ ਉਹਨਾਂ ਲਈ ਵੀ, ਜਿਹੜੇ ਡਿਜੀਟਲ ਇੰਡਸਟਰੀ ਵਿੱਚ ਉਹਨਾਂ ਲਈ ਵੀ ਕਾਫੀ ਕੁਛ, ਅਫੋਰਡੇਬਲ ਹਾਊਸਿੰਗ ਦੇ ਵਿੱਚ ICBC। ਤੇ ਜਦੋਂ ਅਸੀਂ ਦੇਖੀਏ ਹੁਣ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਵੀ ਅਨਾਊਂਸਮੈਂਟ ਤਾਂ ਹੋਈ ਜਾਂਦੇ ਆ, ਨਾਲ ਅਸਿਸਟੈਂਸ ਵੀ ਮਿਲੀ ਜਾਂਦੀ ਆ, ਪਰ ਵਾਜੇ ਵੇਲੇ ਕਈ ਕਹਿ ਦਿੰਦੇ ਹੋਰ ਕਰਨਾ ਚਾਹੀਦਾ ਆ, ਪਰ ਜਿਹੜਾ ਪੈਸਾ ਖਰਚ ਹੋ ਰਿਹਾ ਹੈ ਉਹ ਜਨਤਾ ਦਾ ਪੈਸਾ ਆ, ਟੈਕਸਿਸ ਆ। ਪਰ ਇਸ ਵਕਤ ਇਹ ਨਹੀਂ ਸੋਚਣ ਦਾ ਵੀ ਉਹ ਪੈਸੇ ਨਾ ਖਰਚੀਏ, ਇਹ ਵਕਤ ਹੈਗਾ ਵੀ ਲੋਕਾਂ ਨੂੰ ਕਿੱਦਾਂ ਸਪੋਰਟ ਮਿਲੇ, ਸੋ that we can get to the end of the tunnel। ਐਂਡ ਆਫ ਟਨਲ ਤੇ ਜਾ ਕੇ ਆਪਾਂ ਨੂੰ ਪਤਾ ਆਪਣੇ ਵਿੱਚ ਬਹੁਤ ਸਾਰੀ ਕਪੈਸਿਟੀ ਹੈਗੀ ਆ। ਜਦੋਂ ਵੀ ਆਪਾਂ ਥੋੜੀ ਕੁ ਓਪਨਿੰਗ ਕੀਤੀ ਆ, ਆਪਣੀ ਇਕਨੋਮੀ ਇੰਪਰੂਵਡ ਹੋਈ ਆ, ਤੇ ਉਹਦੇ ਨਾਲ ਜਦੋਂ ਪਿਛਲੇ ਹਫਤੇ ਨੰਬਰ ਆਏ ਸੀਗੇ ਫੈਡਰਲ ਨੰਬਰਸ, BC's ਨੰਬਰਸ ਆਰ ਲੀਡਿੰਗ ਇਨ ਦ ਪ੍ਰੋਵਿੰਸ, ਇਨ ਦ ਕੰਟਰੀ, ਤੇ ਸਾਡੇ ਨੰਬਰ ਕੋਵਿਡ ਨਾਲੋਂ ਪਹਿਲਾਂ, ਕੋਵਿਡ ਤੋਂ ਪਹਿਲਾਂ ਵਧੀਆ ਹੋ ਗਿਆ ਐਮਪਲੋਇਮੈਂਟ ਤੇ। ਪਰ ਹਾਲੇ ਵੀ ਬਹੁਤ ਕੁਛ ਕਰਨ ਵਾਲਾ ਹੈਗਾ ਆ। ਬੇਸ਼ੱਕ ਦੀ ਚਾਈਲਡ ਕੇਅਰ ਹੈਗੀ, ਬੇਸ਼ੱਕ ਦੀ ਇਨਫਰਾਸਟ੍ਰਕਚਰ ਹੈਗੀ ਆ, ਅਫੋਰਡੇਬਲ ਹਾਊਸਿੰਗ ਹੈਗੀ ਆ, ਸੋ ਹਾਲੇ ਬਹੁਤ ਕੁਛ ਕਰਨ ਵਾਲਾ ਹੈਗਾ ਆ। ਤੇ ਆਪਾਂ ਨੂੰ ਸਾਡੀ ਜ਼ਿੰਮੇਵਾਰੀ ਹੁਣ ਬਣਦੀ ਆ ਵੀ ਸਰਕਾਰ ਆ ਕੰਮ ਕਰਦੀ ਆ, ਵੀ ਅਸੀਂ ਕੀ ਕਰ ਸਕਦੇ ਆ। ਤੇ ਨਾਲੇ ਜੇ ਸੋਚੀਏ, ਜੇ ਨਿੱਕੀ ਨਿੱਕੀ ਕਮੀ ਜਿਹੜੀ ਸਾਨੂੰ ਮਹਿਸੂਸ ਹੋਈ ਆ, ਸਾਡੀ ਲਾਈਫ ਦੇ ਵਿੱਚ ਬਦਲਾਅ ਆਇਆ ਆ, ਹਰੇਕ ਸਰਕਾਰ ਪੈਸੇ ਨਾਲ ਠੀਕ ਕਰ ਸਕਦੀ ਆ, ਉਹ ਵੀ ਗਲਤ ਆ। ਸਰਕਾਰ ਤਾਂ ਇਹ ਹੀ ਆ, ਜਿੱਦਾਂ ਕਹਿੰਦੇ ਹੁੰਦੇ ਵੀ ਬਾਜੇ ਵੇਲੇ ਜਦੋਂ ਵੀ ਬੰਦਾ ਵੀ ਐਨ ਡੁੱਬਦਾ ਹੋਵੇ, ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਕੇ ਵੀ ਉਹਨੂੰ ਥੋੜਾ ਜ਼ਮੀਨ ਤੇ ਲਿਆ ਕੇ ਖੜਾ ਕਰੇ। ਸੋ ਇਟਸ ਨਾਟ 100%। ਕਈ ਕਹਿ ਦਿੰਦੇ ਯਾਰ ਮੇਰਾ ਇੰਨਾ ਲਾਸ ਹੋਇਆ, ਮੈਨੂੰ ਇੰਨੇ ਪੈਸੇ ਮਿਲੇ, ਪਰ ਇਹ ਤਾਂ ਹੁਣ ਆਪਾਂ ਨੂੰ ਸੋਚਣਾ ਪੈਣਾ ਵੀ ਇਹ ਤਾਂ ਮਦਦ ਦੀ ਹੈਗੀ ਆ। ਸਿਰਫ ਸਰਕਾਰ ਨੇ ਨਹੀਂ ਮਦਦ ਕੀਤੀ, ਹੁਣ ਆਪਣੇ ਗੁਰਦੁਆਰੇ, ਆਪਣੇ ਮਸਜਿਦ, ਆਪਣੇ ਸਾਂਝਾ TV ਵਾਲਿਆਂ ਨੇ, ਤੇ ਬਹੁਤ ਹੋਰ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੇ ਆ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਐਡੀਸ਼ਨਲ ਸਪੋਰਟ ਸਪਲਾਈ ਕੀਤੀ ਆ। ਬਿਲਕੁਲ। ਤੇ ਨਾਲ ਨਾਲ ਜਿਵੇਂ ਤੁਸੀਂ ਹੁਣ ਅਸੀਂ ਥਰੋਨ ਸਪੀਚ ਦੀ ਗੱਲ ਕਰ ਰਹੇ ਹਾਂ, ਬਹੁਤ ਸਾਰੇ ਪ੍ਰੋਮਿਸਿਸ ਡਿਲੀਵਰ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਪਰ ਆਪੋਜੀਸ਼ਨ ਜਿਹੜੀ ਉਹ ਕਹਿ ਰਹੀ ਹੈ ਕਿ ਹੋਰ ਮੋਰ ਸਪੋਰਟ ਚਾਹੀਦੀ ਹੈਗੀ ਆ ਬਿਜ਼ਨਸਿਸ ਨੂੰ ਤੇ ਆਮ ਲੋਕਾਂ ਨੂੰ, ਚਾਹੇ ਉਹ ਲਿਬਰਲ ਦੇ ਸ਼ਰਲੀ ਬੌਨ ਹੈਗੇ ਨੇ, ਚਾਹੇ ਸੋਨੀਆ ਫਰਸਤੈਨੋ ਹੈਗੇ ਨੇ। ਉਹ ਕਹਿੰਦੇ ਕਿ ਅਸੀਂ ਖੁਸ਼ ਨਹੀਂ ਹੈਗੇ ਇਸ ਥਰੋਨ ਸਪੀਚ ਤੋਂ। ਦੇਖੋ, ਗਵਰਨਮੈਂਟ ਚਲਾਉਣੀ ਤੇ ਆਪੋਜੀਸ਼ਨ ਵਿੱਚ ਆਵਾਜ਼ ਉਠਾਉਣੀ ਬਹੁਤ ਹੀ ਅਲੱਗ ਚੀਜ਼ਾਂ ਹੁੰਦੀਆਂ ਹਨ। ਜਿਹੜੀ ਵੀ ਅਨਾਊਂਸਮੈਂਟ ਸਰਕਾਰ ਕਰੇ, ਆਪੋਜੀਸ਼ਨ ਸਦਾ ਹੀ ਕਹੂਗਾ
होर करो होर करो होर करो। पर मैं सोचती सी भी लिबरल इन्ने साल 16 साल सरकार उन्हां दी बनी रही, ਜਿਹੜੀਆਂ ਕੱਟਾਂ ਉਹਨਾਂ ਨੇ ਕੀਤੀਆਂ ਸੀਗੀਆਂ, ਜਿਹੜੀਆਂ ਕਮੀਆਂ ਉਹਨਾਂ ਨੇ ਪੈਦਾ ਕੀਤੀਆਂ ਸੀਗੀਆਂ ਡਿਲਿਬਰੇਟਲੀ ਜਾਣ ਬੁੱਝ ਕੇ social services ਦੇ ਵਿੱਚ, supports for children, supports for seniors, supports for people with disabilities, deficits in infrastructure, not enough schools, ਉਹ ਜਿਹੜੀਆਂ ਕਮੀਆਂ ਕੀਤੀਆਂ ਸੀਗੀਆਂ ਸਾਨੂੰ ਉਹ ਵੀ ਪੂਰੀਆਂ ਕਰਨੀਆਂ ਪੈਣੀਆਂ ਤੇ ਸਾਨੂੰ ਗਾ ਹੋਰ ਵੀ ਸੁਧਾਰ ਲੈ ਕੇ ਆਉਣਾ ਪੈਣਾ ਆ। ਸੋ ਇਸ ਕਰਕੇ ਮੈਂ ਬਾਜੇ ਵੇਲੇ ਸੋਚਦੀ ਹੁੰਦੀ ਹਾਂ, ਜੇ ਤੁਹਾਡੀ ਸੋਚ ਇਹ ਹੁੰਦੀ ਜਦੋਂ ਤੁਸੀਂ ਸਰਕਾਰ ਵਿੱਚ ਸੀਗੇ ਨਾ, ਸਾਡੇ ਲਈ ਆਹ ਪਿਛਲੇ 18 12 14 ਮਹੀਨੇ ਇਦੋਂ ਵੀ ਸੌਖੇ ਲੰਘ ਜਾਣੇ ਸੀ, ਅਸੀਂ ਲੋਕਾਂ ਦੀ ਹੋਰ ਵੀ ਹੈਲਪ ਕਰ ਸਕਦੇ ਸੀ। ਸੋ ਇਹਨੂੰ ਪਾਰਟੀਜ਼ਨ ਇਸ਼ੂ ਨਹੀਂ ਬਣਾਉਣਾ ਚਾਹੀਦਾ। ਬਿਜ਼ਨੈਸਿਸ ਨੂੰ ਜ਼ਰੂਰ ਜ਼ਰੂਰਤ ਹੈਗੀ ਆ, ਪਰ ਉਹਨਾਂ ਨੂੰ ਬਿਜ਼ਨਸ ਆਪ ਕਹਿੰਦੀ ਆ ਵੀ ਸਾਨੂੰ ਮਦਦ ਮਿਲ ਰਹੀ ਆ। ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਸਿਰਫ ਪ੍ਰੋਵਿੰਸ਼ੀਅਲ ਕਰ ਰਹੀ ਆ, ਮੈਂ ਤਾਂ ਕ੍ਰੈਡਿਟ ਦਿੰਦੀ ਆ ਫੈਡਰਲ ਸਰਕਾਰ ਨੂੰ ਵੀ, ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਪੋਰਟ ਕੀਤੀ ਆ। ਲੋਕਾਂ ਨੇ ਉੱਥੇ ਵੀ ਕਹਿਣਾ ਆ ਵੀ ਥੋੜਾ ਹੋਰ ਵੀ ਕਰਨਾ ਚਾਹੀਦਾ ਸੀ, ਕਈ ਕਹਿੰਦੇ ਬਹੁਤ ਜ਼ਿਆਦਾ ਕਰ ਦਿੱਤਾ, ਕਈ ਕਹਿੰਦੇ ਬਹੁਤ ਘੱਟ ਕੀਤਾ। ਇਸ ਤਰ੍ਹਾਂ ਹੀ ਸਾਨੂੰ ਵੀ, ਪਰ ਸ਼ੁਰੂ ਤੋਂ ਪ੍ਰੀਮੀਅਰ ਨੇ ਇੱਕ ਗੱਲ ਕਹੀ ਸੀਗੀ, ਕੋਵਿਡ ਨੇ ਸਾਨੂੰ ਦਿਖਾ ਦਿੱਤਾ ਵੀ ਸਾਡੇ ਸਮਾਜ ਦੇ ਵਿੱਚ ਇਨਐਕੁਇਟੀ ਸੀਗੀਆਂ, ਬਹੁਤ ਹੀ ਦਰਾਰ ਸੀਗੇ। ਇੱਕ ਤਾਂ ਉਹ ਦਰਾਰ ਭਰਨੇ ਪੈਣੇ ਆ, ਇੱਕ ਉਹ ਜਿਹੜੀ ਇਨਇਕੁਆਲਿਟੀ ਸੀਗੀ ਹੁਣ ਦੇਖਣਾ ਪੈਣਾ ਵੀ ਜਦੋਂ ਅਸੀਂ ਮੁੜ ਕੇ ਆਪਣੀ ਇਕਨੋਮੀ ਨੂੰ ਚਲਾ ਰਹੇ ਹਾਂ ਉਹਦੇ ਵਿੱਚ ਐਕੁਇਟੀ ਹੋਵੇ। ਕਈ ਲੋਕ ਇਕੁਆਲਿਟੀ ਤੇ ਅੜ ਜਾਂਦੇ ਆ, ਜੇ ਅਸੀਂ ਹਰੇਕ ਨੂੰ ਇਕੁਅਲ ਮਿਲੇ ਨਾ ਫਿਰ ਅਮੀਰਾਂ ਨੇ ਅਮੀਰ ਹੋਈ ਜਾਣਾ ਤੇ ਗਰੀਬਾਂ ਨੇ ਗਰੀਬ ਹੋਈ ਜਾਣਾ, ਉਹ ਜਿਹੜਾ ਫਾਸਲਾ ਵੱਧ ਜਾਂਦਾ ਆ। ਐਕੁਇਟੀ ਇਹ ਹੁੰਦਾ ਆ ਵੀ ਜਿਹੜਾ ਤੁਹਾਡੇ ਕੋਲ ਪੈਸਾ ਹੈਗਾ ਵੀ ਤੁਸੀਂ ਇਸ ਤਰੀਕੇ ਦੇ ਨਾਲ ਖਰਚੋ ਵੀ ਜਿਨ੍ਹਾਂ ਨੂੰ ਸਖਤ ਜ਼ਰੂਰਤ ਹੈਗੀ ਆ ਉਹਨਾਂ ਨੂੰ ਲਿਫਟ ਕਰੋ, ਤੇ ਜਦੋਂ ਉਹ ਲਿਫਟ ਹੁੰਦੇ ਆ ਅਸੀਂ ਸਾਰੇ ਲਿਫਟ ਹੋ ਜਾਂਦੇ। ਬਿਲਕੁਲ। ਤੇ ਨਾਲ ਨਾਲ ਹੁਣ ਅਸੀਂ ਜਦੋਂ ਗੱਲ ਕਰਦੇ ਹਾਂ ਕੋਵਿਡ ਇਹ ਮੰਨਣ ਵਾਲੀ ਗੱਲ ਹੈ ਕਿ ਕੋਵਿਡ ਤਾਂ ਚੱਲ ਰਿਹਾ ਹੈਗਾ, ਇੱਕ ਹੋਰ ਪੈਂਡੈਮਿਕ ਨਾਲ ਚੱਲ ਰਿਹਾ, ਓਵਰਡੋਜ਼ ਕ੍ਰਾਈਸਿਸ ਜਿਹੜੇ ਚੱਲ ਰਹੇ ਨੇ, ਉਹਦੇ ਨਾਲ ਬਹੁਤ ਸਾਰੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਇੰਨੀਆਂ ਮੌਤਾਂ ਜਿਹੜੀਆਂ ਕੋਵਿਡ ਕਰਕੇ ਨਹੀਂ ਹੋ ਰਹੀਆਂ ਜਿੰਨੀਆਂ ਓਵਰਡੋਜ਼ ਕਰਕੇ ਹੋ ਰਹੀਆਂ ਨੇ, ਇਲਿਸਿਟ ਡਰੱਗ ਜਿਹੜੇ ਨੇ ਉਹਨਾਂ ਕਰਕੇ ਹੋ ਰਹੀਆਂ ਨੇ। ਉਹਦੇ ਲਈ ਸਰਕਾਰ ਹੋਰ ਕੀ ਕੁਝ ਕਰ ਰਹੀ ਹੈ? ਕਾਫੀ ਇਨਵੈਸਟਮੈਂਟ ਇਸ ਬਜਟ ਸਪੀਚ ਦੇ ਵਿੱਚ ਅਨਾਉਂਸ ਕੀਤੀ ਗਈ ਆ, ਪਰ ਬਜਟ ਆ ਜਾਣੀ ਆ ਉਹਦੇ ਵਿੱਚ ਹੋਰ ਆਪਾਂ ਨੂੰ ਦਿਸੂਗਾ। ਦੇਖੋ ਜਿਹੜੀ ਓਪੀਓਇਡ ਕ੍ਰਾਈਸਿਸ ਸੀਗੀ, ਇਟਸ ਅ ਵਰਲਡ ਵਾਈਡ ਕ੍ਰਾਈਸਿਸ, ਪਹਿਲਾਂ ਵੀ ਸੀਗੀ, ਪਰ ਤੁਸੀਂ ਜਦੋਂ ਨੰਬਰ ਦੇਖੋ 2017 'ਚ ਸਾਡੀ ਸਰਕਾਰ ਬਣੀ ਆ, 2018 ਤੇ 2019 ਦੇ ਵਿੱਚ ਨੰਬਰ ਥੱਲੇ ਨੂੰ ਜਾਣ ਲੱਗ ਪਏ ਸੀ, ਇੱਕਦਮ ਇੱਦਾਂ ਡਿਪ ਹੋ ਗਏ ਸੀਗੇ। ਕਰਕੇ ਬਹੁਤ ਕੰਮ ਕੀਤਾ ਸੀ, ਸਪੈਸ਼ਲ ਮਿਨਿਸਟਰੀ ਬਣਾਈ ਆ, ਫੋਕਸ ਰਹਿੰਦਾ ਇਸ ਗੱਲ ਤੇ ਸਦਾ ਹੀ। ਪਰ ਜਦੋਂ ਕੋਵਿਡ ਆਇਆ, ਕੋਵਿਡ ਦੇ ਨਾਲ ਮੈਂਟਲ ਇਲਨੈਸ ਐਂਡ ਐਡਿਕਸ਼ਨਸ ਕੇਮ ਟੂ ਦ ਫਰੰਟ, ਉਹ ਮੂਹਰੇ ਆ ਗਏ, ਸਾਹਮਣੇ ਆ ਗਏ, ਤੇ ਮੈਂਟਲ ਇਲਨੈਸ ਬਹੁਤ ਹੀ ਇਨਕਰੀਸਡ ਹੋ ਗਈ ਆ। ਤੇ ਇਸ ਕਰਕੇ ਬਹੁਤ ਹੀ ਕੰਮ ਕਰਨ ਵਾਲਾ ਇਸ ਏਰੀਆ ਦੇ ਵਿੱਚ, ਜਿਹੜਾ ਕੰਮ ਕੀਤਾ ਸੀਗਾ ਉਹ ਚਾਲੂ ਰਹੂਗਾ ਤੇ ਗਾਂ ਹੋਰ ਵੀ ਕਰਨ ਵਾਲਾ ਆ। ਤੇ ਇੱਕ ਜਿਹੜੀ ਡਰੱਗ ਸਪਲਾਈ ਸੀਗੀ ਉਹ ਵੀ ਇੰਟਰਰਪਟਡ ਹੋ ਗਈ ਕਰਕੇ ਬੋਰਡਰਾਂ ਦੀਆਂ ਪਾਬੰਦੀਆਂ ਕਰਕੇ। ਇਸ ਕਰਕੇ ਜਿਹੜੀ ਡਰੱਗ ਸਪਲਾਈ ਇਸ ਵਕਤ ਹੈਗੀ ਆ, ਓਪੀਓਇਡ ਡਰੱਗ ਸਪਲਾਈ, ਉਹ ਕਰਪਟਡ ਹੋ ਗਈ ਆ, ਉਹਦੇ ਵਿੱਚ ਮਿਲਾਵਟ ਆ। ਤੇ ਬਹੁਤ ਸਾਰੇ ਲੋਕ ਜਿਹੜੇ ਅੱਗੇ ਬਾਹਰ ਜਾਂਦੇ ਹੁੰਦੇ ਸੀ ਹੁਣ ਘਰ ਰਹਿ ਕੇ ਇਕੱਲੇ ਰਹਿ ਕੇ ਯੂਜ਼ ਕਰਨ ਲੱਗ ਪਏ ਆ। ਆਪਾਂ ਨੂੰ ਪਤਾ ਓਪੀਓਇਡ ਡੈਥਸ ਹਾਈ ਪਰਸੈਂਟੇਜ ਉਹ ਹੁੰਦੇ ਆ ਜਿਹੜੇ ਅਕੇਲੇ ਵਰਤਦੇ ਆ। ਸੋ ਬਹੁਤ ਕੁਛ ਕਰਨ ਵਾਲਾ ਆ। ਇਹ ਸਾਡਾ ਸਮਾਜ ਦਾ ਵੀ ਫਰਜ਼ ਬਣਦਾ ਆ ਵੀ ਇੱਕ ਦੂਸਰੇ ਵੱਲ ਖਿਆਲ ਰੱਖੋ, ਫੋਨ ਕਰਕੇ ਰੱਖੋ। ਤੁਹਾਨੂੰ ਪਤਾ ਜਿਨ੍ਹਾਂ ਉੱਪਰ ਮੈਂਟਲ ਇਲਨੈਸ ਜਾਂ ਡਿਪਰੈਸ਼ਨ ਆ ਜਾਂ ਉਹਨਾਂ ਕੋਲ ਐਡਿਕਸ਼ਨ ਆ ਉਹਨਾਂ ਦੀ ਸਪੋਰਟ ਕਰੋ। ਔਨਲਾਈਨ ਵੀ ਹੈਗੇ ਆ, ਫੋਨ ਲਾਈਨਸ ਵੀ ਹੈਗੀਆਂ ਆ। ਪਰ ਇਹ ਬਹੁਤ ਹੀ ਜਿੱਦਾਂ ਸਦਾ ਹੀ ਕਹੀਦਾ ਵੀ ਦੋ ਪੈਂਡੈਮਿਕ ਚੱਲ ਰਹੀਆਂ BC ਦੇ ਵਿੱਚ। ਬਿਲਕੁਲ, ਇੱਕ ਹੈਗੀ ਕੋਵਿਡ ਤੇ ਇੱਕ ਹੈਗੀ ਓਪੀਓਇਡ। ਦੋਨੋਂ ਹੀ ਸੀਰੀਅਸ ਹੈਗੀਆਂ ਆ ਤੇ ਦੋਨਾਂ ਤੋਂ ਹੀ ਲਗਾਤਾਰ ਕੰਮ ਕਰ ਰਹੇ ਆ। ਅੱਛਾ ਜਿਨੀ ਜਿੱਦਾਂ ਓਵਰਡੋਜ਼ ਚੱਲ ਰਹੀ ਹੈ, ਇਹ ਚੱਲ ਰਿਹਾ ਹੈ ਸਾਰਾ ਕੁਛ ਕੋਵਿਡ ਦੇ ਕਰਕੇ ਜਿਹੜਾ ਇਹ ਸਾਰਾ ਕੁਛ ਅੱਗੇ ਆ ਗਿਆ। ਪਰ ਮਨੀ ਲਾਂਡਰਿੰਗ ਦੀ ਸਮੱਸਿਆ ਜਿਹੜੀ ਬਹੁਤ ਟਾਈਮ ਤੋਂ ਚੱਲਦੀ ਆ ਰਹੀ ਹੈ, ਜਿਹਦੇ ਲਈ ਇਨਵੈਸਟੀਗੇਸ਼ਨ ਵੀ ਹੋ ਰਹੀ ਹੈ, ਪਰ ਇਨਵੈਸਟੀਗੇਸ਼ਨ ਕਮੇਟੀ ਜਿਹੜੀ ਹੈ ਕਿਸੇ ਹੱਲ ਤੱਕ ਨਹੀਂ ਪਹੁੰਚ ਰਹੀ। ਹੁਣ ਅਗਲੇ ਹਫ਼ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੀਮੀਅਰ ਹੈ, ਚਾਹੇ ਪ੍ਰੀਵੀਅਸ ਪ੍ਰੀਮੀਅਰ ਆ, ਉਹਨਾਂ ਸਾਰਿਆਂ ਦੀਆਂ ਫਿਰ ਤੋਂ ਗਵਾਹੀਆਂ ਹੋਣੀਆਂ ਨੇ। ਤੁਹਾਨੂੰ ਕੀ ਲੱਗਦਾ ਕਿ ਇਹ ਸਮੱਸਿਆ ਖੁੱਲ੍ਹ ਕੇ ਸਾਹਮਣੇ ਆਊਗੀ ਜਾਂ ਇਹਦਾ ਕੋਈ ਹੱਲ ਨਿਕਲੇਗਾ? ਦੇਖੋ ਜਿਹੜੇ ਉਦੋਂ ਵੱਡੇ ਵੱਡੇ ਦਰਾਰ ਸੀਗੇ, ਜਿਹੜੀ ਖੁੱਲ੍ਹ ਸੀਗੀ ਮਨੀ ਲਾਂਡਰਿੰਗ ਲਈ, ਉਹਦੇ ਉੱਪਰ ਤਾਂ ਪਾਬੰਦੀਆਂ ਲਾ ਦਿੱਤੀਆਂ ਸੀਗੀਆਂ AG ਨੇ, ਉਦੋਂ ਅਟਾਰਨੀ ਜਨਰਲ ਨੇ। ਪਰ ਫਿਰ ਉਦੋਂ ਪਬਲਿਕ ਦੀ ਡਿਮਾਂਡ ਸੀਗੀ ਵੀ ਸਾਨੂੰ ਪੂਰੀ ਪਬਲਿਕ ਇਨਕੁਆਇਰੀ ਚਾਹੀਦੀ ਆ। ਉਹ ਪਬਲਿਕ ਇਨਕੁਆਇਰੀ ਚੱਲ ਰਹੀ ਆ। ਉਹਦੇ ਵਿੱਚੋਂ ਅੱਜ ਤੱਕ ਇਹ ਇਨਫੋਰਮੇਸ਼ਨ ਵੀ ਆ ਗਿਆ ਆ
ਵੀ ਉਸ ਵਕਤ ਦੀ ਸਰਕਾਰ ਨੂੰ ਪਤਾ ਸੀ ਕੀ ਹੋ ਰਿਹਾ ਆ, ਵਾਰ-ਵਾਰ ਉਹਨਾਂ ਨੂੰ ਦੱਸਿਆ ਗਿਆ ਸੀਗਾ, ਉਹਨਾਂ ਦੇ ਮੋਹਰੇ ਐਵੀਡੈਂਸ ਵੀ ਰੱਖੀ ਗਈ ਸੀਗੀ, ਪਰ ਉਹਨਾਂ ਨੇ ਫੇਰ ਵੀ ਉਸ ਵਕਤ ਕੁਛ ਨਹੀਂ ਸੀ ਕੀਤਾ। ਜੇ ਕੀਤਾ ਵੀ ਸੀਗਾ ਇਨਵੈਸਟੀਗੇਸ਼ਨ ਯੂਨਿਟ ਨੂੰ ਹੀ ਅਲੱਗ ਕਰ ਦਿੱਤਾ ਸੀਗਾ। ਤੇ ਸੋ ਇਹ ਲੋਕਾਂ ਦੇ ਸਵਾਲ ਹੈਗੇ ਆ ਵੀ ਜਿਹੜੇ ਉਹਨਾਂ ਦੇ ਟਾਈਮ ਦੇ ਵਿੱਚ ਮੰਤਰੀ ਸੀਗੇ, ਲੀਡਰਸ਼ਿਪ ਰੋਲ ਵਿੱਚ ਸੀਗੇ, ਉਹ ਆਪ ਆ ਕੇ ਸਾਨੂੰ ਸਵਾਲ ਦੇਣ। ਉਹ ਸਵਾਲ ਹੁਣ ਇਨਕੁਆਇਰੀ ਵਿੱਚ ਪੁੱਛੇ ਜਾਣਗੇ ਤੇ ਜਵਾਬ ਆਊਗਾ। ਪਰ ਮਨੀ ਲਾਂਡਰਿੰਗ ਦਾ ਇਸ਼ੂ ਬਹੁਤ ਵੱਡਾ ਆ, ਉਹਨਾਂ ਨੇ ਸਾਡੀ ਹਾਊਸਿੰਗ ਮਾਰਕੀਟ ਤੇ ਬਹੁਤ ਵੱਡੀ ਇੰਪੈਕਟ ਪਾਈ ਆ। ਤੇ ਆਪਾਂ ਨੂੰ ਹੁਣ ਵੀ ਧਿਆਨ ਰੱਖਣਾ ਪੈਣਾ ਆ ਵੀ ਮਨੀ ਲਾਂਡਰਿੰਗ ਬਹੁਤ ਡਿਫਰੈਂਟ ਤਰੀਕਿਆਂ ਨਾਲ ਵੀ ਹੋ ਜਾਂਦੀ ਆ, ਵੀ ਕਿਤੇ ਗਾਂ ਹੋਰ ਤਰੀਕੇ ਤਾਂ ਪਤਾ ਨਹੀਂ ਹੋ ਰਹੀ। ਜੀ ਬਿਲਕੁਲ। ਤੇ ਨਾਲ ਹੁਣ ਅਸੀਂ ਜੌਬਸ ਦੀ ਗੱਲ ਕੀਤੀ ਸੀ ਕਿ BC ਦੇ ਵਿੱਚ ਜੌਬ ਜਿਹੜੇ ਡੇਟਾ ਆਇਆ ਉਹਦੇ ਵਿੱਚ ਆਇਆ ਕਿ ਬਹੁਤ ਸਾਰੀਆਂ ਜੌਬਸ ਜਿਹੜੀਆਂ ਨੇ BC ਦੇ ਵਿੱਚ ਇਕਨੋਮੀ ਦੇ ਵਿੱਚ ਦੁਬਾਰਾ ਐਂਟਰ ਹੋਈਆਂ ਨੇ, ਪਰ ਹੁਣ ਦੁਬਾਰਾ ਫਿਰ ਤੋਂ ਜਿਹੜੀਆਂ ਪਾਬੰਦੀਆਂ ਲੱਗੀਆਂ 3 ਵੀਕ ਦੇ ਲਈ ਰੈਸਟੋਰੈਂਟਸ ਡਾਈਨ ਇਨ ਦੇ ਲਈ ਬੰਦ ਹੋ ਗਏ ਨੇ, ਸਿਰਫ ਪੈਟੀਓ ਸਰਵਿਸਿਜ਼ ਖੁੱਲੀਆਂ ਨੇ, ਹੋਟਲ ਸਰਵਿਸਿਜ਼ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ। ਇਹਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਜੌਬ ਮਿਨਿਸਟਰ ਹੈਗੇ ਆ ਉਹਨਾਂ ਨੇ ਵੀ ਕਿਹਾ, ਸਾਰਿਆਂ ਨੇ ਕਿਹਾ ਕਿ ਇਸ ਤੋਂ ਬਾਅਦ ਫਿਰ ਤੋਂ ਇਫੈਕਟ ਹੋਏਗਾ ਕਿ ਨੌਕਰੀਆਂ ਫਿਰ ਘਟ ਜਾ ਸਕਦੀਆਂ, ਬਹੁਤ ਜਿਹੜਾ ਡੇਟਾ ਉਹ ਥੱਲੇ ਆ ਸਕਦਾ। ਸੋ ਅੱਗੇ ਇਕਨੋਮੀ ਦੇ ਲਈ ਜਿਹੜੀਆਂ ਜੌਬਸ ਨੂੰ ਵਾਪਸ ਲਿਆਉਣ ਦੇ ਲਈ ਅੱਗੇ ਕੀ ਕੁਝ ਪਲਾਨਸ ਨੇ? ਦੇਖੋ ਸਰਕਿਟ ਬ੍ਰੇਕਰ ਜਿਹੜੀ ਬਜਟ ਅਨਾਉਂਸਮੈਂਟ ਕੀਤੇ ਆ, ਉਹ ਸਰਕਿਟ ਬ੍ਰੇਕਰ ਦੇ ਨਾਲ ਜਿਹੜੀਆਂ ਬਿਜ਼ਨੈਸਿਸ ਤੇ ਸਭ ਤੋਂ ਵੱਡੀ ਇੰਪੈਕਟ ਹੈ ਉਹਨਾਂ ਨੂੰ ਸਪੋਰਟ ਮਿਲ ਰਹੀ ਆ। ਬੇਸ਼ੱਕ ਦੀ ਆਪਣੇ ਹੋਲਸ ਆ ਤੇ ਬੇਸ਼ੱਕ ਦੀ ਰੈਸਟੋਰੈਂਟਸ ਆ। ਦੇਖੋ ਸਾਡੇ ਜਿਹੜੇ ਬੈਂਕੁਏਟ ਹੋਲਸ ਆ ਉਹਨਾਂ ਤੇ ਬਹੁਤ ਵੱਡਾ ਅਸਰ ਪਿਆ ਹੈ, ਕਰਕੇ ਉਹਨਾਂ ਨੂੰ ਤਾਂ ਦਰਵਾਜ਼ੇ ਹੀ ਬੰਦ ਕਰਨੇ ਪਏ। ਰੈਸਟੋਰੈਂਟਸ ਤਾਂ ਫੇਰ ਵੀ ਟੇਕ ਆਊਟ ਕਰ ਲੈਂਦੇ ਆ ਤੇ ਡਿਲੀਵਰੀ ਤੇ ਪੈਟੀਓ ਜੀ, ਪਰ ਅਸਰ ਜ਼ਰੂਰ ਪੈਣਾ ਜੌਬਸ ਤੇ। ਪਰ ਮੈਨੂੰ ਇਹ ਪੱਕਾ ਭਰੋਸਾ ਹੈਗਾ ਵੀ ਸਾਡਾ ਫਾਊਂਡੇਸ਼ਨ ਇੰਨਾ ਮਜ਼ਬੂਤ ਆ ਵੀ ਜਦੋਂ ਵੀ ਗਾਂ ਖੁੱਲ੍ਹ ਹੋਊਗੀ, ਖੁੱਲ੍ਹ ਹੁਣੇ ਹੀ ਤਿਆਰੀਆਂ ਹੋ ਰਹੀਆਂ ਆ, ਜਦੋਂ ਵੀ ਖੁੱਲ੍ਹ ਹੋਊਗੀ ਇਕਨੋਮੀ ਇੱਕਦਮ ਫੇਰ ਵੱਧ ਜਾਊਗੀ। ਜਦੋਂ ਤੁਸੀਂ ਕੈਨੇਡੀਅਨ ਨੰਬਰਸ ਦੇਖਦੇ ਆ, ਵਰਲਡ ਵਾਈਡ ਸਿਚੁਏਸ਼ਨ ਦੇਖਦੇ ਆ, BC ਦਾ ਸਿਚੁਏਸ਼ਨ ਇੰਨਾ ਵਧੀਆ ਹੈਗਾ ਆ ਫॉर ਇਕਨੋਮਿਕ ਗਰੋਥ, ਉਹਦੇ ਵਿੱਚ ਸਾਨੂੰ ਗਰਵ ਆ। ਬਿਲਕੁਲ। ਤੇ ਇਹ ਜਿਹੜਾ ਸਾਨੂੰ ਡੇਟਾ ਹੈਗਾ ਉਹ ਵਧੀਆ ਅੱਗੇ ਰੱਖਣ ਦੇ ਲਈ, ਅੱਗੇ ਵਧੀਆ ਇੱਦਾਂ ਹੀ ਜਿਹੜੀ ਇਕਨੋਮੀ ਚੱਲਦੀ ਰਹੇ ਉਹਦੇ ਲਈ ਸਾਨੂੰ ਪਹਿਲਾਂ ਤਾਂ ਵੈਕਸੀਨ ਲਗਵਾਉਣੀ ਪੈਣੀ ਹੈ ਸਾਰਿਆਂ ਨੂੰ, ਜਿਹੜੇ ਵੀ ਜਿਨ੍ਹਾਂ ਦੀ ਵਾਰੀ ਆਉਂਦੀ ਹੈ, ਤੇ ਨਾਲ ਜਿਹੜਾ ਹੈ ਇਹ ਦੇਖਣਾ ਪੈਣਾ ਕਿ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਉਹਨਾਂ ਨੂੰ ਫੋਲੋ ਕਰਨਾ ਪੈਣਾ। ਕੀ ਮੈਸੇਜ ਆ ਤੁਹਾਡਾ ਆਡੀਅנס ਨੂੰ, ਵਿਊਅਰਸ ਨੂੰ? ਮੇਰਾ ਇਹੋ ਹੀ ਮੈਸੇਜ ਆ ਵੀ ਸਾਰਿਆਂ ਦੇ ਮੋਹਰੇ ਬੇਨਤੀ ਹੈਗੀ ਆ ਵੀ ਆਪਣੀ ਵੈਕਸੀਨ ਦੀ ਬੁਕਿੰਗ ਕਰ ਲਵੋ। ਪਹਿਲਾ ਅਪਾਇੰਟਮੈਂਟ ਹੁੰਦਾ ਵੀ ਤੁਸੀਂ ਰਜਿਸਟ੍ਰੇਸ਼ਨ ਕਰਨਾ ਆ, ਜਦੋਂ ਤੁਹਾਡੀ ਵਾਰੀ ਆ ਗਈ ਤੁਹਾਨੂੰ ਟੈਕਸਟ ਮੈਸੇਜ ਜਾਂ ਈਮੇਲ ਆ ਜਾਣਾ ਆ, ਉਦੋਂ ਤੁਸੀਂ ਆਪਣਾ ਟਾਈਮ ਬੁੱਕ ਕਰਨਾ ਹੈ, ਡੇਟ ਐਂਡ ਟਾਈਮ। ਸੋ ਇਸ ਵਕਤ 40 ਸਾਲਾਂ ਤੋਂ ਉੱਪਰ ਜਿਹੜੇ ਹੈਗੇ ਆ ਉਹ ਬੁਕਿੰਗ ਕਰ ਸਕਦੇ ਆ, ਤੇ ਪਲੀਜ਼ ਕਰੋ। ਤੇ ਜਿਹੜੇ ਜਾਂ ਤੁਸੀਂ ਜੇ 55 ਤੋਂ 65 ਦੇ ਵਿੱਚ ਹੈਗੇ ਆ, ਤੁਸੀਂ ਫਾਰਮੇਸੀ ਵਿੱਚ, ਡਰੱਗ ਸਟੋਰ ਵਿੱਚ, ਕਾਸਕੋ ਵਿੱਚ ਵੀ ਬੁਕਿੰਗ ਕਰ ਸਕਦੇ ਆ, ਉੱਥੇ ਤੁਹਾਡੇ ਐਸਟਰਾ ਲੱਗੂਗੀ। ਇਹ ਜ਼ਰੂਰੀ ਹੈਗਾ ਆ। ਪਰ ਇੱਕ ਗੱਲ ਹੈਗੀ ਆ, ਜਿੰਨੀ ਮਰਜ਼ੀ ਵੈਕਸੀਨ ਆਪਾਂ ਲਵਾਈ ਚੱਲੀਏ ਹਾਲੇ ਸਾਰਿਆਂ ਦੇ ਲੱਗੀ ਨਹੀਂ ਗਈ ਹੈਗੀ। ਜਿਹੜੀਆਂ ਪਾਬੰਦੀਆਂ ਆ ਉਹਨਾਂ ਨੂੰ ਜ਼ਰੂਰ ਫੋਲੋ ਕਰੋ। ਬਹੁਤ ਸੌਖਾ ਹੈਗਾ ਆ ਕਹਿਣਾ ਚੱਲ ਕਿਤੇ ਨਹੀਂ, ਬਾਕੀ ਕਰਦੇ ਆ ਵੀ ਜੇ ਅਸੀਂ ਇਕੱਠੇ ਵੀ ਹੋ ਗਏ ਕਿਸੇ ਨੂੰ ਪਤਾ ਨਹੀਂ ਲੱਗਣਾ, ਅਸੀਂ ਬੈਕਡੋਰ ਦੇ ਵਿੱਚ ਦੀ ਚੱਲ ਜਾਵਾਂਗੇ, ਜਾਂ ਅਸੀਂ 4 ਫੈਮਲੀਆਂ ਇਕੱਠੀਆਂ ਹੋਣੀਆਂ ਆ। ਇਹ ਸਾਰਿਆਂ ਦਾ ਅਸਰ ਪੈਂਦਾ ਆ, ਇਹ ਨੰਬਰ ਬਾਹਰ ਆਏ ਹੀ ਜਾਂਦੇ ਆ। ਸੋ ਇਸ ਕਰਕੇ ਪਲੀਜ਼ ਇਸ ਵਕਤ ਪੂਰੇ ਇਮਾਨਦਾਰੀ ਦੇ ਨਾਲ ਦਿਲੋਂ ਆਪਾਂ ਇੱਕ ਦੂਸਰੇ ਲਈ ਆ ਜਿਹੜੇ ਹੈਲਥ ਆਰਡਰਸ ਆ ਉਹਨਾਂ ਨੂੰ ਫੋਲੋ ਕਰੀਏ, ਕਿਉਂਕਿ ਜੇ ਆਪਾਂ ਫੋਲੋ ਕਰਾਂਗੇ ਇਹ ਆਪਾਂ ਜਿਹੜੀ ਕੋਵਿਡ ਦੀ ਵੇਰੀਐਂਟ ਦੀ ਸਪਾਈਕ ਇਸ ਤਰ੍ਹਾਂ ਜਾ ਰਹੀ ਆ ਉਹਨੂੰ ਫਲੈਟਨ ਕਰੀਏ, ਤੇ ਫਿਰ ਜਦ ਤੱਕ ਵੈਕਸੀਨ ਲੱਗਦੀ ਆ ਜਦ ਤੱਕ ਸੁਧਾਰ ਆ ਜਾਊਗਾ। ਇਹ ਥੋੜਾ ਹੀ ਵਕਤ ਹੈਗਾ ਆ, ਜਿੱਦਾਂ ਲੌਂਗ ਡਿਸਟੈਂਸ ਰਨ ਦਾ ਕਹਿੰਦੇ ਹੁੰਦੇ ਆ ਲਾਸਟ ਮਾਈਲ। ਇਹ ਲਾਸਟ ਮਾਈਲ ਦੇ ਵਿੱਚ ਹੀ ਆਪਾਂ ਹੱਥ ਏਦਾਂ ਛੱਡ ਦਿੱਤੇ ਚੱਲ ਜੋ ਕੁਛ ਹੋਣਾ ਤੇ ਹੋਣਾ ਆ, ਫਿਰ ਆਪਣੇ ਨੰਬਰ ਬਹੁਤ ਵੱਧ ਸਕਦੇ ਆ। ਇਹ ਵਕਤ ਹੈਗਾ ਆ ਥੋਟਫੁਲੀ ਵਿਦ ਥੋਟਫੁਲਨੈਸ ਆਪਾਂ ਪਰਹੇਜ਼ ਰੱਖੀਏ। ਥੈਂਕ ਯੂ ਸੋ ਮਚ ਜਿਨੀ, ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਮਿਸ ਜਿਨੀ ਸਿਮਸ ਦੇ ਨਾਲ ਗੱਲਬਾਤ ਹੋਈ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ BC ਸਰਕਾਰ ਕੀ ਕੁਝ ਕਰ ਰਹੀ ਹੈ। ਸਰਕਾਰ ਦਾ ਤਾਂ ਕੰਮ ਹੈ ਕਿ ਉਹ ਲੋਕਾਂ ਦੇ ਲਈ ਕੰਮ ਕਰ ਰਹੀ ਹੈ, ਪਰ ਸਾਡਾ ਕੰਮ ਕੀ ਹੈ ਕਿ ਅਸੀਂ ਸਰਕਾਰ ਦੀ ਸੁਣੀਏ। ਜੋ ਰਿਸਟ੍ਰਿਕਸ਼ਨਸ ਲਗਾਈਆਂ ਜਾ ਰਹੀਆਂ ਨੇ ਹੈਲਥ ਅਫੀਸ਼ੀਅਲਸ ਦੇ ਵੱਲੋਂ, ਉਹਨਾਂ ਦੇ ਵੱਲ ਧਿਆਨ ਦਈਏ, ਤੇ ਨਾਲ ਵੈਕਸੀਨ ਲੱਗ ਰਹੀ ਹੈ। ਜੇ ਤੁਹਾਡੇ ਘਰ ਦੇ ਵਿੱਚ 40 ਤੋਂ ਉੱਤੇ ਸਾਲ ਦੀ ਉਮਰ ਦੇ ਲੋਕ ਹੈਗੇ ਆ ਤਾਂ ਤੁਸੀਂ ਉਹਨਾਂ ਦੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ, ਖੁਦ ਬੁੱਕ ਕਰਵਾ ਸਕਦੇ ਆ। ਜੇ ਫਾਰਮੇਸੀ ਤੇ ਲਗਵਾਉਣੀ ਚਾਹੁੰਦੇ ਆ ਵੈਕਸੀਨ ਤਾਂ ਫਾਰਮੇਸੀ ਦੇ ਉੱਤੇ ਵੀ ਲਗਵਾ ਸਕਦੇ ਆ। ਜੇ ਤੁਹਾਡਾ ਬਿਜ਼ਨਸ ਕੋਈ ਇਫੈਕਟ ਹੋਇਆ ਤਾਂ ਗ੍ਰਾਂਟਸ ਅਵੇਲੇਬਲ ਹੈਗੀਆਂ ਨੇ, ਸੋ ਤੁਸੀਂ ਉਹ ਗ੍ਰਾਂਟਸ ਵੀ ਲੈ ਸਕਦੇ ਹੋ। ਸੋ ਬਹੁਤ ਸਾਰੇ ਜਿਹੜੇ ਤਰੀਕੇ ਨੇ ਤਾਂ ਕਿ ਤੁਸੀਂ ਆਪਣਾ ਬਿਜ਼ਨਸ ਬਚਾ ਸਕੋ, ਆਪਣੇ ਵਰਕਰਸ ਨੂੰ ਬਚਾ ਸਕੋ। ਸੋ ਇਸ ਤਰ੍ਹਾਂ ਹੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਹੈ।